मैं सुनसान सड़क ਦੇ किनारे बहुत तेज दौड़ रही ਸਾਂ। एक पल भी रुकना मेरे ਲਈ खतरे तो खाली नहीं ਸੀ। मैं अपने ਸਰੀਰ ਦੀ ਸਾਰੀ ਤਾਕਤ ਭੱਜਣ ਵਿੱਚ ਲਗਾ ਰਹੀ ਸਾਂ। ਜੇ ਮੈਂ ਇੱਕ ਪਲ ਲਈ ਵੀ ਰੁਕਦੀ ਤਾਂ ਉਹ ਲੋਕ ਕਦੋਂ ਵੀ ਮੈਨੂੰ ਆ ਕੇ ਫੜ ਸਕਦੇ ਸੀ। ਮੈਂ ਆਪਣੀ ਸਾਰੀ ਤਾਕਤ ਖੋ ਚੁੱਕੀ ਸਾਂ। ਹੁਣ ਮੇਰੇ ਵਿੱਚ ਇੰਨੀ ਤਾਕਤ ਨਹੀਂ ਬਚੀ ਕਿ ਮੈਂ ਹੋਰ ਭੱਜ ਸਕਾਂ। ਹੁਣ ਮੈਂ ਬਿਲਕੁਲ ਥੱਕ ਚੁੱਕੀ ਸਾਂ। ਇਸ ਲਈ ਮੈਂ ਸੜਕ ਦੇ ਕਿਨਾਰੇ ਬੈਠ ਗਈ। ਬਹੁਤ ਜ਼ਿਆਦਾ ਭੱਜਣ ਨਾਲ ਮੇਰੀ ਹਾਲਤ ਇੰਨੀ ਖਰਾਬ ਹੋ ਗਈ ਕਿ ਮੇਰੇ ਵਿੱਚ ਹੁਣ ਇੱਕ ਕਦਮ ਵੀ ਚੱਲਣ ਦੀ ਹਿੰਮਤ ਨਹੀਂ ਬਚੀ ਸੀ। ਮੈਂ 3 ਘੰਟੇ ਪਹਿਲਾਂ ਹੀ ਇੱਕ ਛੋਟੀ ਜਿਹੀ ਬੇਟੀ ਨੂੰ ਜਨਮ ਦਿੱਤਾ ਸੀ। ਮੈਂ ਆਪਣੀ ਬੇਟੀ ਨੂੰ ਉਹਨਾਂ ਦਰਿੰਦਿਆਂ ਤੋਂ ਬਚਾਉਣ ਲਈ ਹੀ ਭੱਜ ਰਹੀ ਸਾਂ। ਆਮ ਹਾਲਤ ਵਿੱਚ ਤਾਂ ਇਹ ਸੋਚਣਾ ਵੀ ਮੁਸ਼ਕਿਲ ਹੈ, ਪਰ ਜਿਨ੍ਹਾਂ ਹਾਲਾਤਾਂ ਵਿੱਚੋਂ ਮੈਂ ਗੁਜ਼ਰ ਰਹੀ ਸੀ ਉਹਨਾਂ ਹਾਲਾਤਾਂ ਨੂੰ ਵੇਖ ਕੇ ਮੈਨੂੰ ਭੱਜਣਾ ਹੀ ਪਿਆ। ਮੇਰਾ ਨਾਮ ਪ੍ਰੀਤ ਹੈ। ਮੈਂ ਇੱਕ ਅਨਾਥ ਲੜਕੀ ਹਾਂ। ਬਚਪਨ ਵਿੱਚ ਹੀ ਮੇਰੇ ਮਾਤਾ ਪਿਤਾ ਗੁਜ਼ਰ ਗਏ ਸਨ। ਮੈਨੂੰ ਮੇਰੇ ਚਾਚਾ ਚਾਚੀ ਜੀ ਨੇ ਪਾਲਿਆ ਸੀ। ਮੇਰੇ ਚਾਚਾ ਜੀ ਤਾਂ ਮੈਨੂੰ ਪਿਆਰ ਕਰਦੇ ਸੀ, ਪਰ ਮੇਰੀ ਚਾਚੀ ਮੈਨੂੰ ਵੇਖ ਕੇ ਰਾਜੀ ਤੱਕ ਨਹੀਂ ਹੁੰਦੀ ਸੀ। ਮੇਰੇ ਚਾਚਾ ਜੀ ਦੇ 3 ਬੱਚੇ ਸਨ, ਪਰ ਚਾਚੀ ਜੀ ਸਾਰਾ ਦਿਨ ਮੇਰੇ ਤੋਂ ਘਰ ਦਾ ਕੰਮ ਕਰਵਾਉਂਦੀ। ਸਾਰਾ ਕੰਮ ਕਰਾਉਣ ਤੋਂ ਬਾਅਦ ਸ਼ਾਮ ਨੂੰ ਬਚਿਆ ਖੁਚਿਆ ਖਾਣਾ ਮੈਨੂੰ ਖਾਣ ਨੂੰ ਦਿੰਦੀ। ਜਦੋਂ ਮੇਰੀ ਚਚੇਰੀ ਭੈਣ ਦੀ ਮੰਗਣੀ ਹੋਈ ਤੇ ਉਸ ਦੇ ਮੰਗੇਤਰ ਨੇ ਉਸ ਨੂੰ ਛੱਡ ਕੇ ਮੇਰੇ ਨਾਲ ਮੰਗਣੀ ਕਰਨ ਦੀ ਖੁਆਇਸ਼ ਰੱਖੀ, ਉਦੋਂ ਤਾਂ ਚਾਚੀ ਦੇ ਸਿਰ 'ਤੇ ਅਸਮਾਨ ਹੀ ਡਿੱਗ ਪਿਆ। ਚਾਚੀ ਨੂੰ ਇਹ ਗੱਲ ਬਿਲਕੁਲ ਵੀ ਪਸੰਦ ਨਾ ਆਈ। ਉਸ ਨੇ ਮੈਨੂੰ ਵਾਲਾਂ ਤੋਂ ਘਸੀਟਦੇ ਹੋਏ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ। ਚਾਚਾ ਜੀ ਤਾਂ ਮੈਨੂੰ ਪਿਆਰ ਕਰਦੇ ਸੀ, ਪਰ ਉਹ ਬੁੱਢੇ ਹੋ ਚੁੱਕੇ ਸਨ, ਜਿਸ ਕਰਕੇ ਚਾਚੀ ਸਾਹਮਣੇ ਉਹਨਾਂ ਦੀ ਕੋਈ ਪੇਸ਼ ਨਹੀਂ ਸੀ ਚੱਲਦੀ। ਅਗਲੇ ਦਿਨ ਸਵੇਰੇ ਚਾਚੀ ਜੀ ਨੇ ਇੱਕ ਕੱਪੜਿਆਂ ਦੀ ਜੋੜੀ ਮੇਰੇ ਵੱਲ ਸੁੱਟਦੇ ਹੋਏ ਕਿਹਾ ਕਿ ਤੂੰ ਤਿਆਰ ਹੋ ਜਾ, ਅੱਜ ਤੇਰਾ ਵਿਆਹ ਹੈ। ਚਾਚੀ ਦਾ ਇੰਨਾ ਦਬਕਾ ਸੀ ਕਿ ਮੈਂ ਚਾਚੀ ਸਾਹਮਣੇ ਕੁਝ ਨਾ ਬੋਲ ਸਕੀ ਅਤੇ ਮੈਂ ਉਸ ਦੇ ਫੈਸਲੇ ਅੱਗੇ ਸਿਰ ਝੁਕਾ ਦਿੱਤਾ। ਚਾਚਾ ਜੀ ਨੂੰ ਵੀ ਇਸ ਫੈਸਲੇ ਦਾ ਬਹੁਤ ਦੁੱਖ ਸੀ, ਪਰ ਉਹਨਾਂ ਨੇ ਮੇਰੇ ਸਿਰ ਉੱਤੇ ਹੱਥ ਰੱਖਦੇ ਹੋਏ ਕਿਹਾ ਕਿ ਜਾ ਬੇਟੀ, ਤੂੰ ਜਿੱਥੇ ਵੀ ਜਾਵੇਂ ਹਮੇਸ਼ਾ ਖੁਸ਼ ਰਹੀਂ। ਦੂਸਰੇ ਸ਼ਹਿਰ ਵਿੱਚ ਚਾਚੀ ਦੀ ਇੱਕ ਸਹੇਲੀ ਰਹਿੰਦੀ ਸੀ। ਚਾਚੀ ਜੀ ਨੇ ਉਸ ਦੇ ਬੇਟੇ ਰਾਹੁਲ ਨਾਲ ਮੇਰਾ ਰਿਸ਼ਤਾ ਤੈਅ ਕਰ ਦਿੱਤਾ ਅਤੇ ਮੈਂ ਵਿਆਹ ਕੇ ਰਾਹੁਲ ਦੀ ਦੁਲਹਨ ਬਣ ਕੇ ਉਸ ਦੇ ਘਰ ਵਿੱਚ ਗਈ। ਰਾਹੁਲ ਦੇ 4 ਹੋਰ ਭੈਣ ਭਰਾ ਸਨ। ਰਾਹੁਲ ਸਾਰਿਆਂ ਤੋਂ ਵੱਡਾ ਸੀ। ਮੈਨੂੰ ਲੱਗਦਾ ਸੀ ਕਿ ਮੈਂ ਇਸ ਘਰ ਦੀ ਵੱਡੀ ਨੂੰਹ ਬਣ ਕੇ ਇਸ ਘਰ ਵਿੱਚ ਆਈ ਹਾਂ। ਮੈਨੂੰ ਲੱਗਿਆ ਕਿ ਇਸ ਘਰ ਵਿੱਚ ਮੈਨੂੰ ਬਹੁਤ ਪਿਆਰ ਸਤਿਕਾਰ ਮਿਲੇਗਾ, ਪਰ ਇਹ ਮੇਰੀ ਬਹੁਤ ਵੱਡੀ ਗਲਤਫਹਿਮੀ ਸੀ। ਪਹਿਲੀ ਰਾਤ ਰਾਹੁਲ ਨੇ ਮੇਰਾ ਹੱਥ ਫੜ ਕੇ ਮੈਨੂੰ ਕਿਹਾ ਸੀ ਕਿ ਮੈਂ ਤੈਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵਾਂਗਾ ਅਤੇ ਤੈਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਨਹੀਂ ਹੋਣ ਦੇਵਾਂਗਾ। ਮੈਨੂੰ ਲੱਗ ਰਿਹਾ ਸੀ ਕਿ ਮੈਂ ਨਰਕ ਵਿੱਚੋਂ ਨਿਕਲ ਕੇ ਸਵਰਗ ਵਿੱਚ ਆ ਗਈ ਹਾਂ, ਪਰ ਇਹ ਖੁਸ਼ੀਆਂ ਬਹੁਤ ਥੋੜ੍ਹੇ ਸਮੇਂ ਦੀਆਂ ਸਨ। ਅਗਲੇ ਦਿਨ ਸਵੇਰੇ ਉੱਠ ਕੇ ਜਦੋਂ ਮੈਂ ਤਿਆਰ ਹੋ ਕੇ ਆਪਣੇ ਕਮਰੇ ਵਿੱਚੋਂ ਬਾਹਰ ਆਈ, ਬਾਹਰ ਆਉਂਦਿਆਂ ਹੀ ਮੇਰੀ ਸੱਸ ਮੇਰੇ 'ਤੇ ਗਰਜ ਪਈ। ਉਸ ਨੇ ਮੈਨੂੰ ਕਿਹਾ ਕਿ ਇਹ ਤੇਰਾ ਉੱਠਣ ਦਾ ਟਾਈਮ ਆ, 8 ਵੱਜ ਚੁੱਕੇ ਨੇ, ਸਾਰੇ ਪਰਿਵਾਰ ਦਾ ਨਾਸ਼ਤਾ ਬਣਾਉਣ ਵਾਲਾ ਏ ਤੇ ਤੂੰ ਅਜੇ ਹੁਣ ਉੱਠਦੀ ਪਈ ਏ। ਤੇਰੀ ਚਾਚੀ ਤਾਂ ਕਹਿੰਦੀ ਸੀ ਕਿ ਇਹ ਸਾਰਾ ਘਰ ਦਾ ਕੰਮ ਬਹੁਤ ਜਲਦੀ ਕਰਦੀ ਆ, ਪਰ ਇੱਥੇ ਤਾਂ ਆ ਕੇ ਤੈਨੂੰ ਰਤਾ ਖਿਆਲ ਨਹੀਂ ਆਇਆ ਕਿ ਮੈਂ ਘਰ ਦੇ ਕੰਮ ਕਰਨੇ ਨੇ। ਉਸ ਦੀਆਂ ਇਹ ਗੱਲਾਂ ਸੁਣ ਕੇ ਮੈਨੂੰ ਮੇਰੀ ਔਕਾਤ ਪਤਾ ਲੱਗ ਚੁੱਕੀ ਸੀ। ਮੈਂ ਕਿਹਾ ਕੋਈ ਗੱਲ ਨਹੀਂ ਮੰਮੀ ਜੀ, ਮੈਂ ਹੁਣੇ ਨਾਸ਼ਤਾ ਤਿਆਰ ਕਰ ਦਿੰਦੀ ਹਾਂ। ਕਮਰੇ 'ਚੋਂ ਨਿਕਲ ਕੇ ਮੈਂ ਰਸੋਈ ਵਿੱਚ ਆਈ। ਰਾਹੁਲ ਦੀ ਛੋਟੀ ਭੈਣ ਕੋਲ ਆ ਕੇ ਕਹਿਣ ਲੱਗੀ ਕਿ ਜੇ ਤੂੰ ਇਸ ਘਰ ਵਿੱਚ ਰਹਿਣਾ ਏ ਤਾਂ ਤੈਨੂੰ ਮੰਮੀ ਦੀਆਂ ਸਾਰੀਆਂ ਗੱਲਾਂ ਮੰਨਣੀਆਂ ਪੈਣਗੀਆਂ। ਰਾਹੁਲ ਦੀ ਪਤਨੀ ਬਣਨ ਦੀ ਕੋਸ਼ਿਸ਼ ਨਾ ਕਰੀ। ਰਾਹੁਲ ਮੰਮੀ ਤੋਂ 1 ਇੰਚ ਵੀ ਬਾਹਰ ਨਹੀਂ ਹੈ। ਇਸ ਘਰ ਵਿੱਚ ਮੰਮੀ ਦਾ ਹੀ ਫੈਸਲਾ ਚੱਲਦਾ ਹੈ। ਮੈਂ ਕੁਝ ਵੀ ਨਾ ਬੋਲੀ, ਚੁੱਪਚਾਪ ਉਸ ਦੀ ਗੱਲ ਸੁਣ ਕੇ ਹਾਂ ਵਿੱਚ ਸਿਰ ਹਿਲਾ ਦਿੱਤਾ। ਹੁਣ ਮੈਨੂੰ ਅਹਿਸਾਸ ਹੋ ਗਿਆ ਸੀ ਕਿ ਜਿਹੜੀ ਜ਼ਿੰਦਗੀ ਦੇ ਸੁਪਨੇ ਮੈਂ ਵੇਖ ਰਹੀ ਹਾਂ ਉਹਨਾਂ ਨੂੰ ਹੁਣੇ ਹੀ ਭੁੱਲ ਜਾਵਾਂ। ਬਸ ਫਿਰ ਸ਼ੁਰੂ ਹੋਈ ਮੇਰੀ ਜ਼ਿੰਦਗੀ। ਰਾਹੁਲ ਦਾ ਪਰਿਵਾਰ ਵੱਡਾ ਸੀ।
ਮੈਂ ਸਵੇਰੇ ਜਲਦੀ ਉੱਠ ਕੇ ਪਹਿਲਾਂ ਖਾਣਾ ਬਣਾਉਂਦੀ, ਫਿਰ ਘਰ ਦੀਆਂ ਸਫਾਈਆਂ ਕਰਦੀ ਅਤੇ ਦਿਨ ਵੇਲੇ ਕੱਪੜੇ ਧੋਂਦੀ। ਸਾਰਾ ਦਿਨ ਮੈਂ ਕੰਮ ਕਰਦੀ ਰਹਿੰਦੀ। ਰਾਹੁਲ ਨੇ ਕਦੇ ਵੀ ਆਪਣੀ ਮਾਂ ਅੱਗੇ ਮੇਰਾ ਕੋਈ ਪੱਖ ਨਹੀਂ ਪੂਰਿਆ ਸੀ। ਉਸ ਦੀ ਮਾਂ ਮੇਰੇ ਤੋਂ ਸਾਰਾ ਕੰਮ ਕਰਵਾਉਂਦੀ ਅਤੇ ਵਾਧੂ ਦਾ ਰੋਬ ਵੀ ਝਾੜਦੀ। ਰਾਤ ਨੂੰ ਥੱਕ ਟੁੱਟ ਕੇ ਜਦੋਂ ਮੈਂ ਕਮਰੇ ਵਿੱਚ ਜਾਂਦੀ ਤਾਂ ਰਾਹੁਲ ਮੈਨੂੰ ਪਿਆਰ ਜਤਾਉਣ ਦੀ ਕੋਸ਼ਿਸ਼ ਕਰਦਾ, ਪਰ ਮੈਨੂੰ ਰਾਹੁਲ ਦੀ ਇਸ ਗੱਲ 'ਤੇ ਬਹੁਤ ਗੁੱਸਾ ਆਉਂਦਾ, ਕਿਉਂਕਿ ਘਰਦਿਆਂ ਦੇ ਸਾਹਮਣੇ ਤਾਂ ਉਸ ਨੇ ਕਦੇ ਮੇਰਾ ਕੋਈ ਪੱਖ ਨਹੀਂ ਸੀ ਪੂਰਿਆ। ਉਸ ਦੀ ਆਪਣੀ ਮਾਂ ਅੱਗੇ ਜ਼ੁਬਾਨ ਨਹੀਂ ਸੀ ਖੋਲ੍ਹਦੀ। ਉਸ ਦੀ ਮਾਂ ਨੇ ਮੈਨੂੰ ਨੌਕਰਾਣੀ ਤੋਂ ਵੀ ਮਾੜੀ ਹਾਲਤ ਵਿੱਚ ਰੱਖਿਆ ਸੀ। ਇਸ ਤਰ੍ਹਾਂ ਸਮਾਂ ਲੰਘ ਗਿਆ। ਇੱਕ ਦਿਨ ਮੇਰੀ ਤਬੀਅਤ ਕਾਫੀ ਖਰਾਬ ਹੋ ਗਈ। ਮੈਂ ਰਾਹੁਲ ਨੂੰ ਕਿਹਾ ਕਿ ਉਹ ਮੈਨੂੰ ਡਾਕਟਰ ਦੇ ਲੈ ਜਾਵੇ। ਰਾਹੁਲ ਕਹਿਣ ਲੱਗਾ ਕਿ ਤੂੰ ਘਰ ਦੇ ਕੰਮ ਮੁਕਾ ਕੇ ਮੰਮੀ ਨੂੰ ਨਾਲ ਲੈ ਕੇ ਸ਼ਹਿਰ ਚਲੀ ਜਾਵੀਂ। ਮੈਂ ਦਫ਼ਤਰ ਜਾਣਾ ਹੈ, ਮੇਰੇ ਕੋਲ ਸਮਾਂ ਨਹੀਂ ਹੈ। ਅਸਲ ਵਿੱਚ ਰਾਹੁਲ ਨੇ ਇਹ ਗੱਲ ਆਪਣੀ ਮੰਮੀ ਦੇ ਡਰ ਤੋਂ ਕਹੀ ਸੀ, ਕਿਉਂਕਿ ਉਸ ਦੀ ਇੰਨੀ ਵੀ ਹਿੰਮਤ ਨਹੀਂ ਸੀ ਕਿ ਉਹ ਆਪਣੀ ਮਾਂ ਨੂੰ ਇਹ ਕਹਿ ਸਕੇ ਕਿ ਮੈਂ ਆਪਣੀ ਪਤਨੀ ਨੂੰ ਡਾਕਟਰ ਦੇ ਲੈ ਕੇ ਜਾਣਾ ਏ। ਸਾਰਾ ਕੰਮ ਕਰਨ ਤੋਂ ਬਾਅਦ ਮੈਂ ਰਾਹੁਲ ਦੀ ਮੰਮੀ ਨੂੰ ਕਿਹਾ ਕਿ ਮੇਰੀ ਤਬੀਅਤ ਬਿਲਕੁਲ ਵੀ ਠੀਕ ਨਹੀਂ, ਮੈਨੂੰ ਬਹੁਤ ਚੱਕਰ ਆ ਰਹੇ ਨੇ, ਮੈਨੂੰ ਡਾਕਟਰ ਦੇ ਲੈ ਜਾਓ। ਦੁਪਹਿਰ ਵੇਲੇ ਮੇਰੀ ਸੱਸ ਮੈਨੂੰ ਡਾਕਟਰ ਦੇ ਲੈ ਗਈ। ਚੈੱਕਅਪ ਕਰਨ ਤੋਂ ਬਾਅਦ ਡਾਕਟਰ ਨੇ ਦੱਸਿਆ ਕਿ ਤੁਹਾਡੀ ਨੂੰਹ ਮਾਂ ਬਣਨ ਵਾਲੀ ਹੈ। ਇਹ ਗੱਲ ਸੁਣ ਕੇ ਮੈਨੂੰ ਬਹੁਤ ਖੁਸ਼ੀ ਹੋਈ, ਕਿਉਂਕਿ ਮੈਨੂੰ ਲੱਗਦਾ ਸੀ ਕਿ ਬੱਚਾ ਹੋਣ ਤੋਂ ਬਾਅਦ ਮੇਰੀ ਇਸ ਘਰ ਵਿੱਚ ਸ਼ਾਇਦ ਥੋੜ੍ਹੀ ਬਹੁਤੀ ਇੱਜ਼ਤ ਹੋਣ ਲੱਗ ਜਾਵੇ। ਹਸਪਤਾਲ ਤੋਂ ਵਾਪਸ ਆਉਂਦੇ ਹੋਏ ਮੇਰੀ ਸੱਸ ਨੇ ਕਿਹਾ ਕਿ ਮੈਨੂੰ ਪੋਤਾ ਹੀ ਚਾਹੀਦਾ ਏ। ਜੇ ਤੇਰੇ ਘਰ ਬੇਟੀ ਨੇ ਜਨਮ ਲਿਆ ਤਾਂ ਉਸ ਦਾ ਕੀ ਹਸ਼ਰ ਹੋਵੇਗਾ, ਉਸ ਦੀ ਜ਼ਿੰਮੇਵਾਰੀ ਤੇਰੀ ਹੋਵੇਗੀ। ਆਪਣੀ ਸੱਸ ਦੀ ਘਟੀਆ ਮਾਨਸਿਕਤਾ 'ਤੇ ਗੁੱਸਾ ਵੀ ਆ ਰਿਹਾ ਸੀ ਤੇ ਤਰਸ ਵੀ। ਸੋਚ ਰਹੀ ਸੀ ਕਿ ਕੁੜੀ ਜਾਂ ਮੁੰਡਾ ਹੋਣਾ ਇੱਕ ਔਰਤ ਦੇ ਵੱਸ ਵਿੱਚ ਨਹੀਂ, ਪਰ ਫਿਰ ਵੀ ਉਸ ਨੇ ਕਿੰਨੀ ਆਸਾਨੀ ਨਾਲ ਕਹਿ ਦਿੱਤਾ ਕਿ ਮੈਨੂੰ ਪੋਤਾ ਹੀ ਚਾਹੀਦਾ ਏ। ਪਰ ਅੰਦਰੋਂ ਅੰਦਰੀ ਮੈਨੂੰ ਖੁਸ਼ੀ ਸੀ ਕਿ ਸ਼ਾਇਦ ਰਾਹੁਲ ਹੁਣ ਮੇਰਾ ਪੱਖ ਪੂਰਨ ਲੱਗ ਜਾਵੇ। ਮੈਂ ਸ਼ਾਮ ਨੂੰ ਰਾਹੁਲ ਨੂੰ ਇਹ ਖੁਸ਼ਖਬਰੀ ਦਿੱਤੀ, ਪਰ ਉਸ ਨੂੰ ਕੋਈ ਬਹੁਤੀ ਖੁਸ਼ੀ ਨਹੀਂ ਹੋਈ। ਇਸੇ ਤਰ੍ਹਾਂ 9 ਮਹੀਨੇ ਲੰਘ ਗਏ, ਪਰ ਇਸ ਹਾਲਤ ਵਿੱਚ ਵੀ ਮੈਂ ਘਰ ਦਾ ਸਾਰਾ ਕੰਮ ਕਰਦੀ ਸੀ। ਇੱਕ ਮੈਨੂੰ ਬਹੁਤ ਜ਼ੋਰ ਦੀ ਦਰਦ ਹੋ ਰਿਹਾ ਸੀ। ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਨੂੰ ਬਹੁਤ ਜ਼ੋਰ ਦੀ ਦਰਦ ਹੋ ਰਿਹਾ ਏ, ਸ਼ਾਇਦ ਅੱਜ ਮੇਰੀ ਡਿਲੀਵਰੀ ਹੋਣ ਵਾਲੀ ਆ, ਤੁਸੀਂ ਮੈਨੂੰ ਹਸਪਤਾਲ ਲੈ ਜਾਵੋ। ਤਾਂ ਉਸ ਨੇ ਮੈਨੂੰ ਕਿਹਾ ਕਿ ਤੂੰ ਪਹਿਲਾਂ ਸਾਰੇ ਘਰ ਦਾ ਕੰਮ ਮੁਕਾ, ਫਿਰ ਡਾਕਟਰ ਦੇ ਜਾਵਾਂਗੇ। ਇੰਨੀ ਜਲਦੀ ਕਿਧਰੇ ਬੱਚਾ ਨਹੀਂ ਹੋਣ ਵਾਲਾ। ਸਾਰੇ ਕੰਮ ਕਰਨ ਤੋਂ ਬਾਅਦ ਜਦੋਂ ਮੇਰੀ ਹਾਲਤ ਮੇਰੇ ਵੱਸ ਤੋਂ ਬਾਹਰ ਹੋ ਗਈ ਤਾਂ ਮੈਂ ਬੇਹੋਸ਼ ਹੋ ਕੇ ਡਿੱਗ ਪਈ। ਜਦੋਂ ਮੈਨੂੰ ਹੋਸ਼ ਆਈ ਤਾਂ ਮੈਂ ਇੱਕ ਹਸਪਤਾਲ ਵਿੱਚ ਸਾਂ ਅਤੇ ਇੱਕ ਨਰਸ ਮੇਰੇ ਬੈੱਡ ਕੋਲ ਖੜੀ ਸੀ। ਉਸ ਨੇ ਮੇਰੇ ਸਿਰ 'ਤੇ ਹੱਥ ਰੱਖਦੇ ਹੋਏ ਖੁਸ਼ੀ ਨਾਲ ਕਿਹਾ ਕਿ ਤੁਸੀਂ ਇੱਕ ਬਹੁਤ ਪਿਆਰੀ ਬੇਟੀ ਦੇ ਮਾਂ ਬਣ ਗਏ ਹੋ। ਉਸ ਦੇ ਮੂੰਹੋਂ ਬੇਟੀ ਸੁਣ ਕੇ ਮੇਰੇ ਤਾਂ ਰੌਂਗਟੇ ਹੀ ਖੜ੍ਹੇ ਹੋ ਗਏ। ਮੈਂ ਨਰਸ ਨੂੰ ਕਿਹਾ ਕਿ ਮੇਰੀ ਬੇਟੀ ਕਿੱਥੇ ਆ? ਉਸ ਨੇ ਕਿਹਾ ਕਿ ਤੁਹਾਡੀ ਬੇਟੀ ਤੁਹਾਡੇ ਕੋਲ ਹੀ ਆ। ਮੈਂ ਉਸ ਨੂੰ ਕਿਹਾ, ਪਲੀਜ਼ ਤੁਸੀਂ ਮੇਰੇ ਸਹੁਰਾ ਪਰਿਵਾਰ ਨੂੰ ਨਹੀਂ ਦੱਸਣਾ ਕਿ ਮੈਂ ਇੱਕ ਬੇਟੀ ਨੂੰ ਜਨਮ ਦਿੱਤਾ ਹੈ। ਨਰਸ ਨੇ ਬੜੀ ਹੈਰਾਨੀ ਨਾਲ ਕਿਹਾ ਕਿ ਕਿਉਂ? ਜੇ ਬੇਟੀ ਹੋ ਗਈ ਤਾਂ ਫਿਰ ਕੀ ਹੋਇਆ, ਦੱਸਣਾ ਕਿਉਂ ਨਹੀਂ? ਮੈਂ ਨਰਸ ਨੂੰ ਸਾਰੀ ਕਹਾਣੀ ਦੱਸ ਦਿੱਤੀ। ਮੇਰੀ ਗੱਲ ਸੁਣ ਕੇ ਉਹ ਸੱਚਮੁੱਚ ਬਹੁਤ ਹੈਰਾਨ ਹੋਈ ਅਤੇ ਉਸ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੇ ਸਹੁਰਾ ਪਰਿਵਾਰ ਨੂੰ ਨਹੀਂ ਦੱਸਾਂਗੀ। ਮੈਂ ਉਸ ਨੂੰ ਕਿਹਾ ਕਿ ਤੁਸੀਂ ਮੈਨੂੰ ਮੇਰੀ ਬੇਟੀ ਦੇ ਦਿਓ ਅਤੇ ਮੈਨੂੰ ਆਪਣੀ ਬੇਟੀ ਨੂੰ ਲੈ ਕੇ ਹਸਪਤਾਲ ਵਿੱਚੋਂ ਨਿਕਲਣ ਵਿੱਚ ਮੇਰੀ ਮਦਦ ਕਰੋ। ਉਸ ਨੇ ਇੱਕ ਚਾਦਰ ਵਿੱਚ ਲਪੇਟ ਕੇ ਮੇਰੀ ਬੇਟੀ ਮੈਨੂੰ ਦੇ ਦਿੱਤੀ ਅਤੇ ਉਸ ਨੇ ਮੈਨੂੰ ਕਿਹਾ ਕਿ ਤੁਸੀਂ ਹਸਪਤਾਲ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਜਾਓ। ਤੁਹਾਡੇ ਸਹੁਰਾ ਪਰਿਵਾਰ ਨੂੰ ਮੈਂ ਸੰਭਾਲ ਲਵਾਂਗੀ, ਪਰ ਇੱਕ ਗੱਲ ਯਾਦ ਰੱਖਿਓ ਕਿ ਮੈਂ ਜ਼ਿਆਦਾ ਗੱਲ ਛੁਪਾ ਕੇ ਨਹੀਂ ਰੱਖ ਸਕਾਂਗੀ। ਮੈਂ ਆਪਣੀ ਬੇਟੀ ਨੂੰ ਗੋਦ ਵਿੱਚ ਉਠਾਇਆ ਅਤੇ ਹਸਪਤਾਲ ਦੇ ਪਿਛਲੇ ਦਰਵਾਜ਼ੇ ਤੋਂ ਬਾਹਰ ਨਿਕਲ ਕੇ ਦੌੜਦੀ ਹੋਈ ਇੱਕ ਸੁੰਨਸਾਨ ਸੜਕ 'ਤੇ ਆ ਗਈ। ਦੌੜਦੇ ਦੌੜਦੇ ਜਦੋਂ ਮੇਰੀ ਤਾਕਤ ਖਤਮ ਹੋ ਗਈ ਤਾਂ ਮੈਂ ਸੜਕ ਦੇ ਕਿਨਾਰੇ ਬੈਠ ਗਈ।
ਇੰਨੇ ਨੂੰ ਮੇਰੇ ਕੋਲ ਆ ਕੇ ਇੱਕ ਕਾਰ ਰੁਕੀ। ਕਾਰ ਵਿੱਚ ਇੱਕ ਬਜ਼ੁਰਗ ਜੋੜਾ ਬੈਠਾ ਸੀ। ਉਹ ਕਾਰ ਵਿੱਚੋਂ ਉਤਰ ਕੇ ਮੇਰੇ ਕੋਲ ਆਏ ਅਤੇ ਮੈਨੂੰ ਕਹਿਣ ਲੱਗੇ ਕਿ ਬੇਟੀ, ਕੀ ਗੱਲ ਆ? ਤੂੰ ਇੰਨੀ ਘਬਰਾਈ ਹੋਈ ਕਿਉਂ ਆ? ਅਤੇ ਤੂੰ ਇਸ ਹਾਲਤ ਵਿੱਚ ਸੜਕ 'ਤੇ ਕਿਉਂ ਬੈਠੀ ਏ? ਮੇਰੇ ਤੋਂ ਜ਼ਿਆਦਾ ਨਹੀਂ ਬੋਲਿਆ ਗਿਆ, ਪਰ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਵਾਰ ਮੈਨੂੰ ਸਹਾਰੇ ਦੀ ਲੋੜ ਆ। ਕੀ ਤੁਸੀਂ ਮੈਨੂੰ ਇੱਕ ਛੱਤ ਦੇ ਸਕਦੇ ਹੋ? ਮੈਂ ਉਹਨਾਂ ਨੂੰ ਦੱਸਿਆ ਕਿ 3 ਘੰਟੇ ਪਹਿਲਾਂ ਮੈਂ ਆਪਣੀ ਬੇਟੀ ਨੂੰ ਜਨਮ ਦਿੱਤਾ ਹੈ ਅਤੇ ਇਸ ਨੂੰ ਬਚਾਉਣਾ ਮੇਰੀ ਜ਼ਿੰਮੇਵਾਰੀ ਹੈ। ਉਸ ਬਜ਼ੁਰਗ ਜੋੜੇ ਨੇ ਮੈਨੂੰ ਆਪਣੀ ਕਾਰ ਵਿੱਚ ਬਿਠਾਇਆ ਅਤੇ ਉਹ ਆਪਣੇ ਘਰ ਲੈ ਆਏ। ਘਰ ਆ ਕੇ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ। ਉਹ ਮੈਨੂੰ ਕਹਿਣ ਲੱਗੇ, ਪੁੱਤ, ਸਾਡਾ ਬਹੁਤ ਵੱਡਾ ਘਰ ਆ। ਸਾਡੇ ਸਿਰਫ ਇੱਕ ਪੁੱਤਰ ਹੈ ਜੋ ਕਿ ਵਿਦੇਸ਼ ਵਿੱਚ ਰਹਿੰਦਾ ਹੈ। ਇੱਥੇ ਅਸੀਂ ਬਿਲਕੁਲ ਇਕੱਲੇ ਰਹਿੰਦੇ ਹਾਂ। ਸਾਡੇ ਕੋਲ ਕਿਸੇ ਚੀਜ਼ ਦੀ ਕਮੀ ਨਹੀਂ, ਬਸ ਸਾਨੂੰ ਲੋੜ ਹੈ ਇੱਕ ਸਹਾਰੇ ਦੀ। ਤੈਨੂੰ ਛੱਤ ਦੀ ਲੋੜ ਹੈ, ਸਾਨੂੰ ਸਹਾਰੇ ਦੀ। ਅਸੀਂ ਚਾਹੁੰਦੇ ਹਾਂ ਕਿ ਤੂੰ ਸਾਡੇ ਨਾਲ ਹੀ ਰਹੇ, ਸਾਡੀ ਧੀ ਬਣ ਕੇ। ਮੈਂ ਉਹਨਾਂ ਦੀ ਗੱਲ ਨੂੰ ਸਵੀਕਾਰ ਕਰ ਲਿਆ ਅਤੇ ਮੈਂ ਉਹਨਾਂ ਨਾਲ ਰਹਿਣ ਲੱਗੀ। ਉਹ ਮੈਨੂੰ ਆਪਣੀ ਧੀ ਵਾਂਗ ਰੱਖਦੇ। ਉਹ ਮੇਰੀ ਬੇਟੀ ਨੂੰ ਬਹੁਤ ਪਿਆਰ ਕਰਦੇ। ਮਾਂ ਅਤੇ ਬਾਊ ਜੀ ਮੇਰੀ ਬੇਟੀ ਨੂੰ ਇੱਕ ਪਲ ਅੱਖੋਂ ਪਰੇ ਨਾ ਹੋਣ ਦਿੰਦੇ। ਮੈਂ ਉਹਨਾਂ ਦੀ ਸੇਵਾ ਕਰਦੀ। ਸਮੇਂ ਦਾ ਪਤਾ ਹੀ ਨਾ ਲੱਗਿਆ। ਹੁਣ ਮੇਰੀ ਧੀ 6 ਮਹੀਨਿਆਂ ਦੀ ਹੋ ਗਈ ਸੀ। ਇੱਕ ਦਿਨ ਮੈਂ ਅੰਮਾ ਬਾਊ ਜੀ ਨੂੰ ਉਹਨਾਂ ਦੇ ਬੇਟੇ ਬਾਰੇ ਪੁੱਛਿਆ। ਅੰਮਾ ਨੇ ਮੈਨੂੰ ਦੱਸਿਆ ਕਿ ਮੇਰੇ 2 ਬੇਟੇ ਸਨ, ਜਿਸ ਵਿੱਚੋਂ ਇੱਕ ਬੇਟਾ ਮੇਰੇ ਦਿਓਰ ਦਰਾਣੀ ਨੇ ਗੋਦ ਲੈ ਲਿਆ ਸੀ ਕਿਉਂਕਿ ਉਹਨਾਂ ਦੇ ਕੋਈ ਔਲਾਦ ਨਹੀਂ ਸੀ ਅਤੇ ਦੂਸਰੇ ਬੇਟੇ ਦੀ ਮੌਤ ਹੋ ਗਈ ਸੀ। ਮੇਰੇ ਦਿਓਰ ਦਰਾਣੀ ਦੇ ਮੇਰਾ ਬੇਟਾ ਗੋਦ ਲੈਣ ਤੋਂ ਬਾਅਦ 3 ਬੱਚੇ ਹੋਏ, ਪਰ ਮੇਰਾ ਬੇਟਾ ਵਿਦੇਸ਼ ਵਿੱਚ ਰਹਿੰਦਾ ਹੈ, ਜਿਸ ਕਰਕੇ ਉਹ ਸਾਡੇ ਨਾਲ ਨਹੀਂ ਰਹਿ ਸਕਦਾ। ਉਹ 2 ਸਾਲ ਬਾਅਦ ਸਾਡੇ ਕੋਲ ਮਿਲਣ ਲਈ ਆਉਂਦਾ ਹੈ। ਅਸੀਂ ਉਸ ਨੂੰ ਕਿਹਾ ਹੈ ਕਿ ਇੱਥੇ ਆਪਣੇ ਕੋਲ ਪੈਸੇ ਦੀ ਕੋਈ ਕਮੀ ਨਹੀਂ, ਤੂੰ ਸਾਡੇ ਨਾਲ ਰਹਿ, ਪਰ ਉਹ ਕਹਿੰਦਾ ਹੈ ਕਿ ਮਾਂ, ਮੇਰੀ ਮਜਬੂਰੀ ਹੈ ਕਿ ਮੈਂ ਵਿਦੇਸ਼ ਛੱਡ ਕੇ ਇਸ ਘਰ ਵਿੱਚ ਨਹੀਂ ਰਹਿ ਸਕਦਾ। ਹੁਣ ਉਸ ਨੇ ਅਗਲੇ ਮਹੀਨੇ ਮਿਲਣ ਆਉਣਾ ਹੈ। ਇੱਕ ਦਿਨ ਮੈਨੂੰ ਅੰਮਾ ਨੇ ਪੁੱਛਿਆ ਕਿ ਪੁੱਤ, ਜੇ ਤੈਨੂੰ ਇਤਰਾਜ਼ ਨਾ ਹੋਵੇ ਤਾਂ ਤੂੰ ਸਾਡੇ ਬੇਟੇ ਨੂੰ ਪਤੀ ਦੇ ਰੂਪ ਵਿੱਚ ਸਵੀਕਾਰ ਕਰ ਲਵੇਂ ਤਾਂ ਸਾਨੂੰ ਧੀ ਵਰਗੀ ਨੂੰਹ ਮਿਲ ਜਾਵੇਗੀ ਅਤੇ ਤੇਰੀ ਧੀ ਨੂੰ ਪਿਤਾ ਦਾ ਪਿਆਰ। ਤੂੰ ਇੰਨੀ ਜ਼ਿੰਦਗੀ ਇਕੱਲੇ ਕਿਵੇਂ ਕੱਢੇਂਗੀ? ਮਾਂ ਦੀ ਇਹ ਗੱਲ ਸੁਣ ਕੇ ਮੈਨੂੰ ਘਬਰਾਹਟ ਜਿਹੀ ਹੋਈ, ਕਿਉਂਕਿ ਮੈਂ ਆਪਣੇ ਪਤੀ ਦੇ ਹੁੰਦੇ ਦੂਸਰੇ ਮਰਦ ਨਾਲ ਵਿਆਹ ਕਿਵੇਂ ਕਰ ਸਕਦੀ ਸੀ। ਪਰ ਮੈਂ ਅੰਮਾ ਨੂੰ ਕੋਈ ਜਵਾਬ ਨਾ ਦਿੱਤਾ ਅਤੇ ਮੈਂ ਕਿਹਾ ਕਿ ਅੰਮਾ, ਤੁਹਾਡੇ ਬੇਟੇ ਨੂੰ ਘਰ ਆ ਲੈਣ ਦਿਓ, ਉਸ ਤੋਂ ਬਾਅਦ ਸੋਚ ਲਵਾਂਗੇ। ਤੂੰ ਇੰਨੀ ਜ਼ਿੰਦਗੀ ਇਕੱਲੇ ਕਿਵੇਂ ਕੱਢੇਂਗੀ? ਮਾਂ ਦੀ ਇਹ ਗੱਲ ਸੁਣ ਕੇ ਮੈਨੂੰ ਘਬਰਾਹਟ ਜਿਹੀ ਹੋਈ, ਕਿਉਂਕਿ ਮੈਂ ਆਪਣੇ ਪਤੀ ਦੇ ਹੁੰਦੇ ਦੂਸਰੇ ਮਰਦ ਨਾਲ ਵਿਆਹ ਕਿਵੇਂ ਕਰ ਸਕਦੀ ਸੀ। ਪਰ ਮੈਂ ਅੰਮਾ ਨੂੰ ਕੋਈ ਜਵਾਬ ਨਾ ਦਿੱਤਾ ਅਤੇ ਮੈਂ ਕਿਹਾ ਕਿ ਅੰਮਾ, ਤੁਹਾਡੇ ਬੇਟੇ ਨੂੰ ਘਰ ਆ ਲੈਣ ਦਿਓ, ਉਸ ਤੋਂ ਬਾਅਦ ਸੋਚ ਲਵਾਂਗੇ। ਮੈਨੂੰ ਸੀ ਕਿ ਮੈਂ ਅੰਮਾ ਦੇ ਬੇਟੇ ਨੂੰ ਸਮਝਾ ਦੇਵਾਂਗੀ ਕਿ ਮੇਰਾ ਤਲਾਕ ਨਹੀਂ ਹੋਇਆ ਅਤੇ ਮੈਨੂੰ ਇਹ ਵੀ ਲੱਗ ਰਿਹਾ ਸੀ ਕਿ ਹੋ ਸਕਦਾ ਅੰਮਾ ਦੇ ਬੇਟੇ ਨੇ ਵਿਆਹ ਕਰਵਾ ਲਿਆ ਹੋਵੇ ਜਾਂ ਵਿਦੇਸ਼ ਵਿੱਚ ਹੀ ਵਿਆਹ ਕਰਵਾਉਣਾ ਹੋਵੇ। ਅੰਮਾ ਦੇ ਬੇਟੇ ਦੇ ਆਉਣ ਵਿੱਚ ਬਿਲਕੁਲ ਥੋੜ੍ਹੇ ਦਿਨ ਰਹਿ ਗਏ ਸਨ। ਅੰਮਾ ਬਾਊ ਜੀ ਬਹੁਤ ਖੁਸ਼ ਸਨ। ਉਹ ਉਸ ਦੇ ਆਉਣ ਦੀਆਂ ਪੂਰੀਆਂ ਤਿਆਰੀਆਂ ਕਰ ਚੁੱਕੇ ਸਨ। ਆਖਰ ਉਹ ਦਿਨ ਆਇਆ ਜਿਸ ਦਿਨ ਅੰਮਾ ਦੇ ਬੇਟੇ ਨੇ ਘਰ ਆਉਣਾ ਸੀ। ਅੰਮਾ ਬਾਊ ਦੇ ਜ਼ਮੀਨ 'ਤੇ ਪੈਰ ਨਹੀਂ ਸੀ ਲੱਗ ਰਹੇ। ਉਹਨਾਂ ਨੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਵਾਏ। ਘਰ ਵਿੱਚ ਪੂਰੀ ਚਹਿਲ ਪਹਿਲ ਸੀ। ਅੰਮਾ ਬਾਊ ਜੀ ਆਪਣੇ ਬੇਟੇ ਦੇ ਸਵਾਗਤ ਲਈ ਗੇਟ 'ਤੇ ਖੜ੍ਹੇ ਸਨ। ਮੈਂ ਅੰਦਰ ਆਪਣੀ ਬੇਟੀ ਨੂੰ ਦੁੱਧ ਪਿਲਾ ਰਹੀ ਸੀ। ਜਦੋਂ ਅੰਮਾ ਬਾਊ ਜੀ ਆਪਣੇ ਬੇਟੇ ਨੂੰ ਲੈ ਕੇ ਅੰਦਰ ਆਏ ਤਾਂ ਮੈਨੂੰ ਬਹੁਤ ਵੱਡਾ ਸਦਮਾ ਲੱਗਿਆ, ਕਿਉਂਕਿ ਅੰਮਾ ਬਾਊ ਜੀ ਦਾ ਬੇਟਾ ਕੋਈ ਹੋਰ ਨਹੀਂ ਬਲਕਿ ਰਾਹੁਲ ਸੀ। ਉਸ ਨੂੰ ਵੇਖ ਕੇ ਮੈਂ ਚੌਂਕ ਗਈ। ਮੈਂ ਆਪਣੀ ਬੇਟੀ ਨੂੰ ਗੋਦੀ ਵਿੱਚ ਘੁੱਟਦੇ ਹੋਏ ਕਿਹਾ ਕਿ ਰਾਹੁਲ, ਤੁਸੀਂ ਇੱਥੇ ਕਿਵੇਂ? ਰਾਹੁਲ ਅੱਗੇ ਹੋ ਕੇ ਮੇਰੀ ਬੇਟੀ ਨੂੰ ਗੋਦ ਵਿੱਚ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਆਪਣੀ ਬੇਟੀ ਨੂੰ ਘੁੱਟ ਕੇ ਕਲੇਜੇ ਨਾਲ ਲਾਇਆ ਹੋਇਆ ਸੀ ਅਤੇ ਮੈਂ ਪਿੱਛੇ ਪਿੱਛੇ ਹਟ ਰਹੀ ਸਾਂ। ਮੈਂ ਰਾਹੁਲ ਨੂੰ ਕਿਹਾ, ਰਾਹੁਲ, ਤੁਸੀਂ ਉੱਥੇ ਹੀ ਰੁਕ ਜਾਓ,
ਤੁਸੀਂ ਅੱਗੇ ਵਧਣ ਦੀ ਕੋਸ਼ਿਸ਼ ਨਾ ਕਰੋ। ਮੈਂ ਤੁਹਾਨੂੰ ਆਪਣੀ ਬੇਟੀ ਨੂੰ ਹੱਥ ਵੀ ਨਹੀਂ ਲਗਾਉਣ ਦੇਵਾਂਗੀ। ਰਾਹੁਲ ਨੇ ਕਿਹਾ, ਪ੍ਰੀਤ, ਮੈਨੂੰ ਮੇਰੀ ਬੇਟੀ ਗੋਦ ਵਿੱਚ ਲੈਣ ਦੇ। ਮੈਂ ਆਪਣੀ ਬੇਟੀ ਨੂੰ ਚੁੱਕਣਾ ਚਾਹੁੰਦਾ ਹਾਂ। ਮੈਂ ਇਸ ਨੂੰ ਵੇਖਣ ਲਈ ਤਰਸ ਗਿਆ ਸੀ। ਪਰ ਤੂੰ ਹਸਪਤਾਲ ਵਿੱਚੋਂ ਬਿਨਾਂ ਦੱਸੇ ਕਿੱਥੇ ਚਲੇ ਗਈ ਸੀ? ਮੈਂ ਤੈਨੂੰ ਕਿੱਥੇ ਨਹੀਂ ਲੱਭਿਆ। ਮੈਂ ਉਸ ਦੀ ਗੱਲ ਸੁਣੇ ਬਿਨਾਂ ਕਿਹਾ ਕਿ ਉਦੋਂ ਤੁਸੀਂ ਕਿੱਥੇ ਸੀ ਜਦੋਂ ਤੁਹਾਡੀ ਮਾਂ ਮੇਰੇ ਨਾਲ ਬੁਰਾ ਸਲੂਕ ਕਰਦੀ ਸੀ ਤੇ ਉਸ ਨੇ ਮੈਨੂੰ ਕਿਹਾ ਸੀ ਕਿ ਜੇ ਤੇਰੇ ਬੇਟੀ ਹੋਈ ਤਾਂ ਉਸ ਦਾ ਹਸ਼ਰ ਮਾੜਾ ਹੋਵੇਗਾ। ਜੇ ਤੂੰ ਉਸ ਦਿਨ ਸਟੈਂਡ ਲਿਆ ਹੁੰਦਾ ਤਾਂ ਮੈਨੂੰ ਹਸਪਤਾਲ ਵਿੱਚੋਂ ਭੱਜਣ ਦੀ ਨੌਬਤ ਨਾ ਆਉਂਦੀ। ਅਸੀਂ ਦੋਨੋਂ ਗੱਲਾਂ ਵਿੱਚ ਇਹ ਵੀ ਭੁੱਲ ਗਏ ਕਿ ਸਾਡੇ ਬਿਨਾਂ ਕਮਰੇ ਵਿੱਚ ਅੰਮਾ ਬਾਊ ਜੀ ਵੀ ਨੇ। ਸਾਡੇ ਵੱਲ ਬਹੁਤ ਹੈਰਾਨੀ ਨਾਲ ਵੇਖ ਰਹੇ ਸਨ। ਫਿਰ ਅੰਮਾ ਨੇ ਮੇਰੇ ਕੋਲ ਆ ਕੇ ਮੇਰੀ ਬੇਟੀ ਨੂੰ ਗੋਦ ਵਿੱਚ ਲੈਂਦੇ ਹੋਏ ਕਿਹਾ ਕਿ ਪਹਿਲਾਂ ਤੁਸੀਂ ਦੋਨੋਂ ਜਾਣੇ ਬੈਠ ਕੇ ਸਾਨੂੰ ਪੂਰੀ ਗੱਲ ਦੱਸੋ ਕਿ ਤੁਸੀਂ ਕੀ ਗੱਲ ਕਰ ਰਹੇ ਹੋ। ਤੁਸੀਂ ਇੱਕ ਦੂਜੇ ਨੂੰ ਕਿਵੇਂ ਜਾਣਦੇ ਹੋ? ਅੰਮਾ ਨੇ ਕਿਹਾ ਕਿ ਰਾਹੁਲ, ਤੂੰ ਤਾਂ ਵਿਦੇਸ਼ ਰਹਿੰਦਾ ਏ, ਤੂੰ ਪ੍ਰੀਤ ਨੂੰ ਕਿਵੇਂ ਜਾਣਦਾ ਏ? ਮੇਰੇ ਮਨ ਵਿੱਚ ਵੀ ਉਹੀ ਸਵਾਲ ਆ ਰਹੇ ਸਨ ਜਿਹੜੇ ਕਿ ਅੰਮਾ ਰਾਹੁਲ ਨੂੰ ਕਰ ਰਹੀ ਸੀ। ਮੈਂ ਵੀ ਜਾਣਨਾ ਚਾਹੁੰਦੀ ਸੀ ਕਿ ਆਖਰ ਅੰਮਾ ਬਾਊ ਇਹ ਸਮਝਦੇ ਨੇ ਕਿ ਰਾਹੁਲ ਵਿਦੇਸ਼ ਵਿੱਚ ਰਹਿੰਦਾ ਹੈ, ਪਰ ਰਾਹੁਲ ਤਾਂ ਮੇਰਾ ਪਤੀ ਹੈ। ਅੰਮਾ ਦੀ ਗੱਲ ਸੁਣ ਕੇ ਰਾਹੁਲ ਨੇ ਬੋਲਣਾ ਸ਼ੁਰੂ ਕੀਤਾ। ਉਸ ਨੇ ਦੱਸਿਆ ਕਿ ਵੱਡੇ ਭਰਾ ਦੀ ਮੌਤ ਤੋਂ ਬਾਅਦ ਜਦੋਂ ਤੁਸੀਂ ਮੈਨੂੰ ਵਾਪਸ ਲਿਆਉਣ ਦੀ ਗੱਲ ਕੀਤੀ ਤਾਂ ਚਾਚੀ ਜੀ ਨੇ ਮੈਨੂੰ ਧਮਕੀ ਦਿੱਤੀ ਕਿ ਜੇ ਤੂੰ ਆਪਣੇ ਮਾਂ-ਬਾਪ ਕੋਲ ਵਾਪਸ ਗਿਆ, ਮੈਂ ਤੈਨੂੰ ਜਿਉਂਦਾ ਨਹੀਂ ਛੱਡਾਂਗੀ। ਮੈਂ ਤੁਹਾਨੂੰ ਝੂਠ ਬੋਲਿਆ ਸੀ ਕਿ ਮੈਂ ਵਿਦੇਸ਼ ਵਿੱਚ ਰਹਿੰਦਾ ਹਾਂ। ਮੈਂ ਤਾਂ ਚਾਚੀ ਜੀ ਦੇ ਘਰ ਹੀ ਰਹਿੰਦਾ ਸੀ ਤੇ ਚਾਚੀ ਜੀ ਨੂੰ ਇਹ ਲਾਲਚ ਸੀ ਕਿ ਜੇ ਮੈਂ ਵਾਪਸ ਤੁਹਾਡੇ ਕੋਲ ਆ ਗਿਆ ਤਾਂ ਮੇਰੇ ਹਿੱਸੇ ਦੀ ਜ਼ਮੀਨ ਚਾਚੀ ਅਤੇ ਉਸ ਦੇ ਬੱਚਿਆਂ ਨੂੰ ਨਹੀਂ ਮਿਲੇਗੀ। ਇਸ ਲਈ ਮੈਂ ਝੂਠ ਬੋਲਿਆ। ਮੈਂ ਇਸ ਲਈ ਤੁਹਾਡੇ ਕੋਲ ਇੰਨੇ ਲੰਬੇ ਸਮੇਂ ਬਾਅਦ ਆਉਂਦਾ ਹਾਂ ਤਾਂ ਕਿ ਤੁਹਾਨੂੰ ਲੱਗੇ ਕਿ ਮੈਂ ਸੱਚਮੁੱਚ ਵਿਦੇਸ਼ ਰਹਿੰਦਾ ਹਾਂ। ਜਦੋਂ ਮੇਰਾ ਪ੍ਰੀਤ ਨਾਲ ਵਿਆਹ ਹੋਇਆ ਤਾਂ ਚਾਚੀ ਦਾ ਵਿਵਹਾਰ ਇਸ ਦੇ ਪ੍ਰਤੀ ਬਿਲਕੁਲ ਵੀ ਵਧੀਆ ਨਹੀਂ ਸੀ। ਮੈਨੂੰ ਇਸ ਦੀ ਹਾਲਤ ਵੇਖ ਕੇ ਮੈਨੂੰ ਤਰਸ ਤਾਂ ਆਉਂਦਾ ਸੀ, ਪਰ ਚਾਚੀ ਦੇ ਸਾਹਮਣੇ ਕਿਸੇ ਦੇ ਬੋਲਣ ਦੀ ਔਕਾਤ ਨਹੀਂ ਸੀ। ਉਹ ਸਾਨੂੰ ਸਾਰਿਆਂ ਨੂੰ ਧਮਕਾ ਕੇ ਰੱਖਦੀ ਸੀ। ਰਾਹੁਲ ਨੇ ਮੇਰੇ ਅਤੇ ਅੰਮਾ ਤੋਂ ਹੱਥ ਜੋੜ ਕੇ ਮਾਫ਼ੀ ਮੰਗਦੇ ਹੋਏ ਕਿਹਾ ਕਿ ਮੈਨੂੰ ਮਾਫ਼ ਕਰ ਦਿਓ। ਮੈਂ ਤੁਹਾਡਾ ਦੋਵਾਂ ਦਾ ਗੁਨਾਹਗਾਰ ਹਾਂ, ਪਰ ਹੁਣ ਮੈਂ ਚਾਚੀ ਜੀ ਤੋਂ ਡਰਦਾ ਨਹੀਂ ਅਤੇ ਨਾ ਹੀ ਮੈਂ ਵਾਪਸ ਚਾਚੀ ਜੀ ਕੋਲ ਜਾਵਾਂਗਾ। ਮੈਂ ਇਸ ਘਰ ਵਿੱਚ ਰਹਿ ਕੇ ਪ੍ਰੀਤ ਨੂੰ ਪਤਨੀ ਦਾ ਦਰਜਾ ਦੇਵਾਂਗਾ ਅਤੇ ਆਪਣੀ ਬੇਟੀ ਨੂੰ ਪਿਤਾ ਦਾ ਪਿਆਰ। ਅੰਮਾ ਬਾਊ, ਮੈਂ ਤੁਹਾਡੀ ਸੇਵਾ ਕਰਾਂਗਾ। ਮੈਨੂੰ ਮਾਫ਼ ਕਰ ਦਿਓ। ਮੇਰੀ ਗਲਤੀ ਮਾਫ਼ੀ ਦੇ ਲਾਇਕ ਨਹੀਂ ਹੈ, ਪਰ ਫਿਰ ਵੀ ਜੇ ਤੁਸੀਂ ਮਾਫ਼ ਕਰ ਸਕਦੇ ਹੋ ਤਾਂ ਪਲੀਜ਼ ਮੈਨੂੰ ਮਾਫ਼ ਕਰ ਦਿਓ। ਰਾਹੁਲ ਦੇ ਇਸ ਵਿਵਹਾਰ ਨੇ ਸਾਨੂੰ ਪਿਘਲਾ ਦਿੱਤਾ ਅਤੇ ਅਸੀਂ ਖੁਸ਼ੀ-ਖੁਸ਼ੀ ਸਾਰੇ ਇਕੱਠੇ ਰਹਿਣ ਲੱਗੇ। ਇਹ ਸੀ ਜੀ ਆਪਣੀ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਬਾਕਸ ਵਿੱਚ ਆ ਕੇ ਆਪਣੀ ਰਾਏ ਜ਼ਰੂਰ ਦੇਣਾ। ਇਹੋ ਜਿਹੀਆਂ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ। ਕਹਾਣੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਜੀ।